ਸ੍ਰੀ ਅਕਾਲ ਪਿਆਰੇ ਵਿਦਿਆਰਥੀਓ। ਪੰਜਾਬੀ ਐਜੂਕੇਸ਼ਨ ਚੈਨਲ ਉੱਪਰ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪਿਆਰੇ ਬੱਚਿਓ, ਅੱਜ ਦੀ ਇਸ ਵੀਡੀਓ ਵਿੱਚ ਅਸੀਂ ਵਿਆਕਰਨ ਭਾਗ ਵਿੱਚੋਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਪੜ੍ਹਾਂਗੇ ਤੇ ਸਮਝਦੇ ਹਾਂ ਕਿ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਕੀ ਹੁੰਦੇ ਹਨ। ਉਹ ਸ਼ਬਦ ਹੁੰਦਾ ਹੈ ਜਿਸ ਦਾ ਅਰਥ ਇੱਕ ਤੋਂ ਵਧੇਰੇ ਸ਼ਬਦਾਂ ਵਿੱਚ ਜਾਂ ਪੂਰੇ ਵਾਕ ਵਿੱਚ ਸਪਸ਼ਟ ਹੁੰਦਾ ਹੈ। ਹਰ ਮਨੁੱਖ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਗੱਲ ਨੂੰ ਘੱਟ ਤੋਂ ਘੱਟ ਸ਼ਬਦਾਂ ਵਿੱਚ ਕਹਿ ਸਕੇ। ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਨਾਲ ਸੰਖੇਪਤਾ ਵੀ ਆਉਂਦੀ ਹੈ ਅਤੇ ਗੱਲਾਂ ਦਾ ਪ੍ਰਭਾਵ ਵੀ ਵੱਧਦਾ ਹੈ। ਉਦਾਹਰਨ ਵਜੋਂ, ਜੇ ਕਿਸੇ ਬਾਰੇ ਇਹ ਕਹਿਣਾ ਹੋਵੇ ਕਿ ਉਹ ਅਕਸਰ ਗੱਲ ਨੂੰ ਭੁੱਲ ਜਾਂਦਾ ਹੈ ਜਾਂ ਉਹ ਕੋਈ ਗੱਲ ਯਾਦ ਨਹੀਂ ਰੱਖ ਸਕਦਾ, ਤਦ ਇਸ ਦੀ ਥਾਂ ਭੁਲੱਕੜ ਸ਼ਬਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਕਹਿਣ ਨਾਲ ਗੱਲ ਸੰਖੇਪ ਵੀ ਹੋ ਜਾਂਦੀ ਹੈ ਅਤੇ ਪ੍ਰਭਾਵਸ਼ਾਲੀ ਵੀ। ਪਿਆਰੇ ਵਿੱਚੋਂ, ਜਿਵੇਂ ਕਿ ਅਸੀਂ ਬਹੁਤ ਸਾਰੇ ਨਿਊਜ਼ ਚੈਨਲ ਦੇਖਦੇ ਹਾਂ ਜਿਨ੍ਹਾਂ ਦੇ ਉੱਪਰ ਉਹ ਦੱਸਦੇ ਨੇ ਕਿ 1 ਮਿੰਟ ਦੇ ਵਿੱਚ 60 ਸੈਕਿੰਡ ਹੁੰਦੇ ਨੇ ਅਤੇ ਉਹ 60 ਸੈਕਿੰਡ ਦੇ ਵਿੱਚ ਤੁਹਾਨੂੰ 60 ਉਹ ਚੋਣਵੀਆਂ ਖਬਰਾਂ ਦੱਸਦੇ ਹਨ ਦਿਨ ਦੀਆਂ, ਜੋ ਬਹੁਤ ਹੀ ਹਾਈਲਾਈਟ ਹੁੰਦੀਆਂ ਹਨ। ਇਸ ਗੱਲ ਦੀ ਉਦਾਹਰਨ ਜੇ ਬੇਟਾ ਦੇਖਣੀ ਹੋਵੇ ਵੀ 1 ਸੈਕਿੰਡ ਦੇ ਵਿੱਚ ਉਹ ਕਿੰਨੇ ਸ਼ਬਦ ਬੋਲਦੇ ਨੇ, ਉਹ ਪੂਰੀ ਸਵੇਰ ਦੀ ਕੋਈ ਵੱਡੀ ਹੈਡਲਾਈਨ ਨੂੰ ਬਹੁਤ ਸੰਖੇਪ ਕਰਕੇ ਤੁਹਾਡੇ ਨਾਲ ਉਹ ਸਾਂਝੀ ਕਰਦੇ ਨੇ। ਪੂਰੀ ਗੱਲ ਨੂੰ ਉਹ ਇੱਕ ਸੈਂਟੈਂਸ ਵਿੱਚ ਤੁਹਾਨੂੰ ਸਾਰੀ ਅੱਜ ਦੀ ਖਬਰ ਬਾਰੇ ਉਹ ਦੱਸਦੇ ਨੇ। ਇਹ ਬੇਟਾ ਐਗਜ਼ਾਮਪਲ ਦੇ ਤੌਰ 'ਤੇ ਆ। ਅਤੇ ਜਦੋਂ ਅਸੀਂ ਕਿਤੇ ਦੋ ਵਿਅਕਤੀਆਂ ਦੇ ਵਿੱਚ ਗੱਲਬਾਤ ਕਰਦੇ ਹਾਂ ਅਤੇ ਜਦੋਂ ਅਸੀਂ ਬੜੇ ਸੰਖੇਪ ਸ਼ਬਦਾਂ ਦੇ ਵਿੱਚ ਗੱਲ ਆਖਦੇ ਹਾਂ ਅਤੇ ਇੱਕ ਤਾਂ ਉਹਦੇ ਨਾਲ ਸਾਡਾ ਸਮਾਂ ਬਚਦਾ ਅਤੇ ਸੰਖੇਪ ਗੱਲਬਾਤ ਕਰਨ ਦੇ ਨਾਲ ਜਿਹੜਾ ਸਾਡਾ ਪ੍ਰਭਾਵ ਆ ਉਹ ਲੰਮੀ ਗੱਲ ਕਰਨ ਵਾਲਿਆਂ ਦੇ ਅਕੋਰਡਿੰਗ ਬਹੁਤ ਵਧੀਆ ਪੈਂਦਾ ਹੈ। ਅਤੇ ਅਸੀਂ ਘੱਟ ਸ਼ਬਦਾਂ ਦੇ ਵਿੱਚ ਅਤੇ ਘੱਟ ਸਮੇਂ ਦੇ ਵਿੱਚ ਜਿਹੜੀ ਆਪਣੀ ਗੱਲ ਹੈ ਉਹਨੂੰ ਬਹੁਤ ਵਧੀਆ ਹਿਸਾਬ ਦੇ ਨਾਲ, ਢੰਗ ਦੇ ਨਾਲ ਰੱਖ ਸਕਦੇ ਹਾਂ। ਜਿਵੇਂ ਬੱਚੋ, ਸਾਹਿਤ ਦੇ ਵਿੱਚ ਇੱਕ ਹੁੰਦੀ ਆ ਮਿੰਨੀ ਕਹਾਣੀ, ਨਿੱਕੀ ਕਹਾਣੀ। ਨਿੱਕੀ ਕਹਾਣੀ ਦੇ ਵਿੱਚ ਵੀ ਬੇਟਾ ਇਸੇ ਤਰ੍ਹਾਂ ਬਹੁਤ ਘੱਟ ਸ਼ਬਦਾਂ ਦੇ ਵਿੱਚ ਬਹੁਤ ਜ਼ਿਆਦਾ ਗੱਲ ਕਹਿਣ ਦੀ ਜਾਂ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਜਿਵੇਂ ਅਸੀਂ ਗੱਲ ਕਰੀਏ ਵੀ ਇੱਕ ਵਾਰ ਦੀ ਗੱਲ ਹੈ, ਇੱਕ ਪਿੰਡ ਵਿੱਚ ਇੱਕ ਬੰਦਾ ਰਹਿੰਦਾ ਸੀ, ਉਸਦਾ ਨਾਮ ਰਾਮ ਸਿੰਘ ਸੀ ਅਤੇ ਉਹ ਕੋਈ ਕੰਮ ਨਹੀਂ ਸੀ ਕਰਦਾ। ਹੁਣ ਜੇ ਅਸੀਂ ਨਿੱਕੀ ਕਹਾਣੀ ਦੇ ਵਿੱਚ ਇਹ ਲਿਖਣਾ ਹੋਵੇ ਕਿ ਇੱਕ ਪਿੰਡ ਵਿੱਚ ਰਾਮ ਸਿੰਘ ਨਾਮ ਦਾ ਵਿਅਕਤੀ ਰਹਿੰਦਾ ਸੀ, ਉਹ ਬਹੁਤ ਕਾਮਚੋਰ ਸੀ ਜਾਂ ਉਹ ਕਾਮਚੋਰ ਸੀ, ਰਾਮ ਸਿੰਘ ਕਾਮਚੋਰ ਹੈ, ਅਤੇ ਇੰਨੀ ਵੱਡੀ ਗੱਲ ਨੂੰ ਅਸੀਂ ਸਿੱਧਾ ਹੀ ਲੈ ਜਾਵਾਂਗੇ ਰਾਮ ਸਿੰਘ ਕਾਮਚੋਰ ਹੈ। ਸਾਨੂੰ ਪਤਾ ਲੱਗ ਗਿਆ ਕਿ ਰਾਮ ਸਿੰਘ ਕੰਮ ਨਹੀਂ ਕਰਦਾ। ਸੋ ਬੇਟਾ ਇਸ ਤਰ੍ਹਾਂ ਬੜੀ ਸੰਖੇਪਤਾ ਲੈ ਕੇ ਆਉਂਦੇ ਨੇ ਜਿਹੜੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਤੁਹਾਨੂੰ ਵਿਆਕਰਨ ਦੇ ਵਿੱਚ ਸਿਖਾਏ ਜਾਂਦੇ ਨੇ। ਸੋ ਆਓ ਆਪਾਂ ਜਾਣਦੇ ਹਾਂ ਤੁਹਾਡੇ ਇਸ ਐਕਸਰਸਾਈਜ਼ ਦੇ ਵਿੱਚ ਜੋ ਬਹੁਤੇ ਸ਼ਬਦਾਂ ਦੀ ਥਾਂ ਇੱਕ ਵਾਕ ਦਿੱਤੇ ਗਏ ਨੇ ਕਿ ਵੱਡੇ ਸ਼ਬਦ ਨੂੰ ਅਸੀਂ ਛੋਟਾ ਕਰਕੇ ਕਿਵੇਂ ਸਮਝ ਸਕਦੇ ਹਾਂ। ਆਓ ਪੜ੍ਹਦੇ ਹਾਂ। ਪਹਿਲਾ ਹੈ ਕਿ ਉਹ ਪਾਠ ਜੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਅਰੁੱਕ ਕੀਤਾ ਜਾਂਦਾ ਹੈ ਉਸ ਨੂੰ ਕਹਿੰਦੇ ਹਨ ਅਖੰਡ ਪਾਠ। ਜਿਹੜਾ ਰੁਕ ਰੁਕ ਕੇ ਨਹੀਂ ਕੀਤਾ ਜਾਂਦਾ, ਜਦੋਂ ਵੀ ਆਰੰਭ ਹੁੰਦਾ ਸਟਾਰਟਿੰਗ ਤੋਂ ਲੈ ਕੇ ਉਸ ਪਾਠ ਦੀ ਸਮਾਪਤੀ ਤੱਕ ਉਹ ਕੰਟੀਨਿਊ ਚੱਲਦਾ ਹੈ, ਉਸ ਪਾਠ ਨੂੰ ਕਹਿੰਦੇ ਹਨ ਅਖੰਡ ਪਾਠ। ਜੇ ਆਪਾਂ ਕਹੀਏ ਭਾਈ ਕਿਹੜਾ ਪਾਠ ਚੱਲ ਰਿਹਾ ਹੈ, ਅਖੰਡ ਪਾਠ, ਤਾਂ ਅਸੀਂ ਸਮਝ ਲਾਂਗੇ ਕਿ ਇਹ ਉਹ ਪਾਠ ਆ ਜਿਹੜਾ ਬਿਨਾਂ ਰੁਕੇ ਕੰਟੀਨਿਊ ਚੱਲਦਾ ਹੈ। 2 ਨੰਬਰ ਹੈ ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ ਤਾਂ ਸਿੱਧਾ ਅਖਾੜਾ। ਜੇ ਅਸੀਂ ਕਹੀਏ ਕਿ ਅਸੀਂ ਕੱਲ੍ਹ ਅਖਾੜਾ ਵੇਖਿਆ ਤਾਂ ਸਾਨੂੰ ਸਿੱਧਾ ਪਤਾ ਲੱਗਦਾ ਵੀ ਜਿੱਥੇ ਪਹਿਲਵਾਨ ਘੁਲਦੇ ਹਨ ਇਹਨਾਂ ਨੇ ਉਹ ਸਥਾਨ ਦੇਖਿਆ। ਅਤੇ ਅੱਗੇ ਹੈ 3 ਨੰਬਰ ਉਹ ਥਾਂ ਜੋ ਸਭ ਦੀ ਸਾਂਝੀ ਹੋਵੇ ਉਹਨੂੰ ਕਹਿੰਦੇ ਨੇ ਸ਼ਾਮਲਾਟ। ਅਸੀਂ ਕਿਹਾ ਭਾਈ ਕੱਲ੍ਹ ਨੂੰ ਸ਼ਾਮਲਾਟ ਦੇ ਵਿੱਚ ਸ਼ੂਟਿੰਗ ਹੋਏਗੀ, ਤਾਂ ਸਾਰੇ ਸਮਝ ਲੈਣਗੇ ਵੀ ਜਿਹੜੀ ਪਿੰਡ ਦੀ ਸਾਂਝੀ ਥਾਂ ਪਈ ਆ ਉੱਥੇ ਸ਼ੂਟਿੰਗ ਹੋਏਗੀ। ਤੁਹਾਨੂੰ ਇੰਨੇ ਸ਼ਬਦ ਕਹਿਣ ਦੀ ਲੋੜ ਨਹੀਂ, ਸਿੱਧਾ ਹੀ ਸ਼ਾਮਲਾਟ ਕਹਿਣ ਨਾਲ ਹੀ ਅਸੀਂ ਸਮਝ ਜਾਂਦੇ ਹਾਂ। ਅੱਗੇ ਹੈ 4 ਨੰਬਰ ਉਹ ਪੁਸਤਕ ਜਿਸ ਵਿੱਚ ਲਿਖਾਰੀ ਵੱਲੋਂ ਆਪਣੀ ਜੀਵਨੀ ਲਿਖੀ ਹੋਵੇ। ਅਤੇ ਜੇ ਤੁਸੀਂ ਦੂਸਰੇ ਵਿਅਕਤੀ ਨੂੰ ਕਹੋ ਕਿ ਮੈਂ ਭਾਈ ਕੱਲ੍ਹ ਇੱਕ ਸਵੈ ਜੀਵਨੀ ਪੜ੍ਹੀ, ਮਤਲਬ ਜਾਂ ਕਿਸੇ ਦੀ ਸਵੈ ਜੀਵਨੀ ਪੜ੍ਹੀ,
ਉਹਦੇ ਵਿੱਚ ਇਹ ਪਤਾ ਲੱਗ ਜਾਂਦਾ ਕਿ ਕਿਸੇ ਨੇ ਆਪਣੇ ਜੀਵਨ ਬਾਰੇ ਕੋਈ ਬਿਊਰਾ ਲਿਖਿਆ ਹੋਊਗਾ, ਇਸ ਬੰਦੇ ਨੇ ਉਹ ਪੜ੍ਹਿਆ। ਜਾਂ ਤੁਹਾਨੂੰ ਕੋਈ ਪੁੱਛੇ ਭਾਈ ਕੀ ਲਿਖ ਰਹੇ ਆ, ਤੁਸੀਂ ਕਹੋਗੇ ਕਿ ਮੈਂ ਸਵੈ ਜੀਵਨੀ ਲਿਖ ਰਿਹਾ, ਤਾਂ ਦੂਸਰਾ ਬੰਦਾ ਸਮਝ ਲੂ ਵੀ ਸਵੈ ਜੀਵਨੀ ਇੱਕ ਵਿਅਕਤੀ ਦੁਆਰਾ ਆਪਦੇ ਜੀਵਨ ਬਾਰੇ ਲਿਖੀ ਗਈ ਹੁੰਦੀ ਆ। ਉਹ ਸਿੱਧੀ ਜਦੋਂ ਤੁਸੀਂ ਉਹਦੇ ਏਡੇ ਵੱਡੇ ਸਵਾਲ ਦਾ ਇੱਕੇ ਲਾਈਨ ਦੇ ਵਿੱਚ ਉੱਤਰ ਦਓਗੇ ਕਿ ਸਵੈ ਜੀਵਨੀ, ਉਹ ਸਮਝ ਜੂਗਾ ਕਿ ਇਹ ਵਿਅਕਤੀ ਆਪਣੀ ਸਵੈ ਜੀਵਨੀ ਲਿਖ ਰਿਹਾ ਹੈ। ਅਤੇ ਇੱਕ ਹੈ 5 ਨੰਬਰ ਵਾਕ ਹੋਰ ਕਿ ਉਹ ਪੁਸਤਕ ਜਿਸ ਵਿੱਚ ਲਿਖਾਰੀ ਕਿਸੇ ਹੋਰ ਵਿਅਕਤੀ ਦੀ ਜੀਵਨੀ ਲਿਖੀ ਹੋਵੇ, ਕਿਸੇ ਹੋਰ ਦੀ ਜੀਵਨੀ ਲਿਖੀ ਹੋਵੇ, ਅਤੇ ਉਸ ਚੀਜ਼ ਨੂੰ ਕਿਹਾ ਜਾਂਦਾ ਕਿ ਜੀਵਨੀ। ਅਤੇ ਜਿਹੜੀ ਜੀਵਨੀ ਹੁੰਦੀ ਆ ਬੇਟਾ ਕਿਸੇ ਦੂਸਰੇ ਵਿਅਕਤੀ ਦੀ ਲਿਖੀ ਜਾਂਦੀ ਹੈ। ਮੰਨ ਲਓ ਕਿ ਮਿਲਖਾ ਸਿੰਘ ਦੇ ਜੀਵਨ 'ਤੇ ਕੋਈ ਬੰਦਾ ਲਿਖ ਰਿਹਾ, ਉਹ ਆਪਦੇ ਬਾਰੇ ਨਹੀਂ ਕਿਸੇ ਬਾਰੇ ਲਿਖ ਰਿਹਾ, ਉਹ ਜੀਵਨੀ ਹੋਏਗੀ। ਕੋਈ ਭਗਤ ਸਿੰਘ ਜੀ ਦੇ ਜੀਵਨ 'ਤੇ ਲਿਖ ਰਿਹਾ ਤਾਂ ਉਹ ਸਵੈ ਜੀਵਨੀ ਨਾ ਹੋ ਕੇ ਜੀਵਨੀ ਹੋਏਗੀ। ਸੋ ਜਿਹੜੀ ਜੀਵਨੀ ਹੁੰਦੀ ਹੈ ਕਿਸੇ ਮਹਾਨ ਵਿਅਕਤੀ ਦੁਆਰਾ, ਕਿਸੇ ਵਿਅਕਤੀ ਦੁਆਰਾ ਲਿਖੀ ਜਾਂਦੀ ਹੈ। ਅੱਗੇ ਹੈ ਉਹ ਅਖਬਾਰ ਜੋ ਹਫ਼ਤੇ ਬਾਅਦ ਨਿਕਲੇ, ਉਸ ਨੂੰ ਕਿਹਾ ਜਾਂਦਾ ਸਪਤਾਹਿਕ। ਜੇ ਅਸੀਂ ਕਹੀਏ ਕਿ ਮੈਂ ਭਾਈ ਕੋਈ ਸਪਤਾਹਿਕ ਨਿਊਜ਼ਪੇਪਰ ਪੜ੍ਹ ਰਿਹਾ ਤਾਂ ਸਾਨੂੰ ਪਤਾ ਲੱਗ ਜੂ ਕਿ ਇਹ ਉਹ ਅਖਬਾਰ ਆ ਜਿਹੜਾ ਇੱਕ ਹਫ਼ਤੇ ਬਾਅਦ ਆਉਂਦਾ ਹੈ ਜਾਂ ਛਪਦਾ ਹੈ ਜਾਂ ਪ੍ਰਕਾਸ਼ਿਤ ਹੁੰਦਾ ਹੈ। 7 ਨੰਬਰ ਹੈ ਕਿ ਉਹ ਮੁੰਡਾ ਕੁੜੀ ਜਿਸ ਦਾ ਵਿਆਹ ਨਾ ਹੋਇਆ ਹੋਵੇ, ਉਸ ਨੂੰ ਕਹਾਂਗੇ ਕੁਆਰਾ। ਜੇ ਅਸੀਂ ਕਿਹਾ ਵੀ ਉਸ ਦੇ ਘਰ 2 ਭਰਾ ਨੇ, ਵੱਡੇ ਦਾ ਵਿਆਹ ਹੋਇਆ, ਜੇ ਅਸੀਂ ਪੁੱਛਾਂਗੇ ਭਾਈ ਛੋਟਾ ਕਿਵੇਂ ਹੈ, ਕੀ ਕਰਦਾ, ਉਹ ਕਹਿਣਗੇ ਅਜੇ ਕੁਆਰਾ ਹੈ। ਇਹਦਾ ਸਾਨੂੰ ਸਿੱਧਾ ਹੀ ਪਤਾ ਲੱਗ ਗਿਆ ਕਿ ਉਸ ਦਾ ਛੋਟਾ ਭਰਾ ਜਿਹੜਾ ਉਹ ਅਜੇ ਨਹੀਂ ਵਿਆਹਿਆ। ਇੰਨਾ ਕਹਿਣ ਦੀ ਲੋੜ ਨਹੀਂ, ਸਿਰਫ ਕੁਆਰਾ ਸ਼ਬਦ ਕਹਿਣ ਨਾਲ ਹੀ ਉਹਦੇ ਭਰਾ ਦੀ ਸਾਰੀ ਆਇਡੈਂਟੀਟੀ ਹੋ ਜਾਂਦੀ ਹੈ। 8 ਨੰਬਰ ਹੈ ਕਿ ਉਹ ਵਿਅਕਤੀ ਜੋ ਹੱਥ ਨਾਲ ਮੂਰਤਾਂ ਬਣਾਵੇ। ਮੂਰਤਾਂ ਬੇਟਾ ਇੱਕ ਤਾਂ ਹੁੰਦੀ ਹੈ ਮੂਰਤੀਆਂ ਬਣਾਵੇ, ਹੈ ਨਾ, ਉਹਨੂੰ ਤਾਂ ਬੁੱਤ ਘਾੜਾ ਕਹਿੰਦੇ ਅਸੀਂ, ਜਿਹੜਾ ਬੁੱਤਾਂ ਨੂੰ ਘੜੇ। ਜਿਹੜੀਆਂ ਮੂਰਤੀਆਂ ਭਾਵ ਬੇਟਾ ਚਿੱਤਰ ਬਣਾਵੇ, ਉਹਨੂੰ ਅਸੀਂ ਕਹਿੰਦੇ ਹਾਂ ਚਿੱਤਰਕਾਰ। ਚਿੱਤਰਕਾਰ ਕਹਿਣ ਨਾਲ ਸਾਨੂੰ ਇੰਨਾ ਕੁਛ ਕਹਿਣ ਦੀ ਲੋੜ ਨਹੀਂ ਕਿ ਉਹ ਵਿਅਕਤੀ ਜੋ ਚਿੱਤਰ ਬਣਾਉਂਦਾ ਹੈ ਉਸ ਨੂੰ ਕੀ ਕਹਿੰਦੇ ਹਨ। ਬਸ ਸਿੱਧਾ ਹੀ ਇੱਕ ਸੈਂਟੈਂਸ ਆ ਚਿੱਤਰਕਾਰ, ਅਸੀਂ ਸਮਝ ਗਏ ਕਿ ਜਿਹੜਾ ਵਿਅਕਤੀ ਫੋਟੋਆਂ ਬਣਾਉਂਦਾ ਉਹਨੂੰ ਚਿੱਤਰਕਾਰ ਕਿਹਾ ਜਾਂਦਾ। ਉਹ ਥਾਂ ਜਿੱਥੋਂ ਚਾਰੇ ਪਾਸਿਆਂ ਵੱਲ ਰਸਤੇ ਨਿਕਲਦੇ ਹੋਣ। ਅਤੇ ਜੇ ਕਿਸੇ ਬੰਦੇ ਨੇ ਤੁਹਾਨੂੰ ਕਹਿਣਾ ਹੋਵੇ ਭਾਈ ਤੂੰ ਕਿੱਥੇ ਖੜ੍ਹਾ, ਅਸੀਂ ਕਹਾਂਗੇ ਜਿਹੜਾ ਤੁਹਾਡੇ ਪਿੰਡ ਤੋਂ ਅੱਗੇ ਚੁਰਸਤਾ ਪੈਂਦਾ ਮੈਂ ਉੱਥੇ ਖੜ੍ਹਾ। ਹੁਣ ਜਿਸ ਬੰਦੇ ਨੂੰ ਅਸੀਂ ਮੈਸੇਜ ਲਾਵਾਂਗੇ ਉਹ ਸਮਝ ਲੂਗਾ ਕਿ ਜਿੱਥੇ 4 ਰਸਤੇ ਇਕੱਠੇ ਹੁੰਦੇ ਨੇ ਉਸ ਜਗ੍ਹਾ ਨੂੰ ਚੁਰਸਤਾ ਕਿਹਾ ਜਾਂਦਾ। ਸੋ ਬੇਟਾ ਚੁਰਸਤਾ ਸ਼ਬਦ ਕਹਿਣ ਨਾਲ ਸਾਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਜਿੱਥੇ ਚਾਰੇ ਪਾਸਿਆਂ ਤੋਂ ਰਸਤੇ ਆ ਰਹੇ ਨੇ ਮੈਂ ਉਸ ਜਗ੍ਹਾ 'ਤੇ ਖੜ੍ਹਾ, ਸਿਰਫ ਇੱਕੇ ਸ਼ਬਦ ਬੋਲੂਗਾ ਉਹ ਚੁਰਸਤਾ। ਅੱਗੇ ਹੈਗਾ ਬੇਟਾ ਉਹ ਥਾਂ ਜਿੱਥੇ ਘੋੜੇ ਵੱਜਦੇ ਹੋਣ, ਜਿੱਥੇ ਘੋੜਿਆਂ ਨੂੰ ਬੰਨ੍ਹਿਆ ਜਾਂਦਾ, ਉਹਦੇ ਲਈ ਇੱਕੇ ਗੱਲ ਉਹ ਬੋਲੂਗਾ ਤਬੇਲਾ। ਕਿ ਘੋੜੀ ਕਿੱਥੇ ਬੰਨ੍ਹੀ ਹੈ, ਉਹਨੇ ਕਹਿਣਾ ਤਬੇਲੇ ਵਿੱਚ। ਆਪਾਂ ਸਮਝ ਲਾਂਗੇ ਵੀ ਜਿੱਥੇ ਘੋੜੇ ਬੰਨ੍ਹੇ ਜਾਂਦੇ ਨੇ ਘੋੜੀ ਉੱਥੇ ਬੰਨ੍ਹ ਕੇ ਆਇਆ। ਅੱਗੇ ਹੈਗਾ ਬੇਟਾ 11 ਨੰਬਰ ਉਹ ਧਰਤੀ ਜਿਸ ਵਿੱਚ ਕੋਈ ਫਸਲ ਨਾ ਉਗਾਈ ਜਾ ਸਕਦੀ ਹੋਵੇ, ਬੰਜਰ। ਜੇ ਉਹਨੇ ਕਹਤਾ ਭਾਈ ਅਸੀਂ ਉੱਧਰ ਜ਼ਮੀਨ ਲੈਣੀ ਆ, ਉੱਥੇ ਘਰ ਘੁਰ ਬਣਾ ਲਾਂਗੇ ਚਲੋ, ਅਤੇ ਦੂਆ ਬੰਦਾ ਕਹੂਗਾ ਯਾਰ ਉੱਥੇ ਕਾਹਨੂੰ ਫਸਦੇ ਹੋ, ਉਹ ਕਹੂ ਕਿਉਂ, ਉਹ ਉੱਥੋਂ ਦੀ ਧਰਤੀ ਤਾਂ ਬਹੁਤ ਬੰਜਰ ਆ। ਬੰਜਰ ਸ਼ਬਦ ਕਹਿਣ ਨਾਲ ਹੀ ਸਾਡੇ ਇਹ ਸਮਝ 'ਚ ਗੱਲ ਆ ਜੂ ਕਿ ਅਸੀਂ ਜਿੱਥੇ ਜ਼ਮੀਨ ਖਰੀਦਣ ਜਾ ਰਹੇ ਹਾਂ ਉਸ ਇਲਾਕੇ ਦੀ ਬਹੁਤ ਸਾਰੀ ਜ਼ਮੀਨ ਬੰਜਰ ਪਈ ਆ, ਮਤਲਬ ਅਣਉਪਜਾਊ ਧਰਤੀ ਜਿਹਦੇ ਵਿੱਚ ਕੋਈ ਫਸਲ ਨਹੀਂ ਉਗਦੀ। ਸਾਨੂੰ ਇੰਨਾ ਕੁਛ ਸਮਝਣ ਦੀ ਲੋੜ ਨਹੀਂ। ਜੇ ਸਾਨੂੰ ਬੰਜਰ ਦੇ ਅਰਥ ਪਤਾ ਨੇ ਤਾਂ ਅਸੀਂ ਬਹੁਤ ਘੱਟ ਸ਼ਬਦਾਂ ਦੇ ਵਿੱਚ, ਇੱਕ ਸ਼ਬਦ ਦੇ ਵਿੱਚ ਹੀ ਬਹੁਤ ਵੱਡੇ ਸ਼ਬਦ ਦੀ ਵਿਆਖਿਆ ਤੋਂ ਜਾਣੂ ਹੋ ਸਕਦੇ ਹਾਂ। ਅੱਗੇ ਹੈ ਕਿ ਉਹ ਧਰਤੀ ਜਿੱਥੇ ਦੂਰ ਤੱਕ ਰੇਤ ਹੀ ਰੇਤ ਹੋਵੇ। ਜਦੋਂ ਅਸੀਂ ਕਹਾਂਗੇ ਮਾਰੂਥਲ, ਜਿਵੇਂ ਅਸੀਂ ਕਿਹਾ ਵੀ ਅਸੀਂ ਕਿੱਥੇ ਗਏ, ਉਹ ਕਹਿੰਦਾ ਅਸੀਂ ਥਾਰ ਮਾਰੂਥਲ ਘੁੰਮ ਕੇ ਆਏ ਹਾਂ। ਥਾਰ ਦੇ ਨਾਲ ਮਾਰੂਥਲ, ਉਹ ਦੂਆ ਵਿਅਕਤੀ ਸਮਝ ਲੈਂਦਾ ਵੀ ਜਿੱਥੇ ਦੂਰ ਦੂਰ ਤੱਕ ਰੇਤ ਹੁੰਦੀ ਆ ਉਹਨੂੰ ਮਾਰੂਥਲ ਕਿਹਾ ਜਾਂਦਾ। ਸੋ ਬੱਚੇ ਜਿਹੜੇ ਇਹ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਨੇ, ਇਹ ਤੁਹਾਡੇ ਸ਼ਬਦ ਭੰਡਾਰ ਦੇ ਵਿੱਚ ਜੇਕਰ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਅਰਥ ਪਤਾ ਨੇ ਫਿਰ ਤੁਹਾਡੇ ਲਈ ਇਹ ਸ਼ੂਟੇਬਲ ਸ਼ਬਦ ਨੇ। ਜੇਕਰ ਤੁਹਾਨੂੰ ਮਾਰੂਥਲ ਦਾ ਅਰਥ ਨਹੀਂ ਪਤਾ ਤਾਂ ਦੂਸਰਾ ਵਿਅਕਤੀ ਜਦੋਂ ਤੁਹਾਡੇ ਨਾਲ ਗੱਲਬਾਤ ਕਰਦਾ ਅਸੀਂ ਉਦੋਂ ਵੀ ਉਹਦੀ ਗੱਲਬਾਤ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਪਾਉਂਦੇ। ਸੋ ਜਿਹੜੀ ਇਹ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਆ, ਇਹ ਪੜ੍ਹੇ ਲਿਖੇ ਬੰਦਿਆਂ ਦੀ ਭਾਸ਼ਾ ਹੈ ਅਤੇ ਪੜ੍ਹੇ ਲਿਖੇ ਹੀ ਬੰਦੇ ਇਸ ਨੂੰ ਜ਼ਿਆਦਾ ਫੋਲੋ ਕਰਦੇ ਨੇ, ਸਮਝਦੇ ਨੇ। ਅਤੇ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੂੰ ਬੇਟਾ ਜਿਹੜੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਪੁਰਾਣੇ ਸਾਡੇ ਸੱਭਿਆਚਾਰ ਦਾ ਹਿੱਸਾ ਰਿਹਾ ਕਿ ਇਹ ਸ਼ਬਦ ਸਾਡੇ ਬਜ਼ੁਰਗਾਂ ਨੂੰ ਬਹੁਤ ਚੰਗੀ ਤਰ੍ਹਾਂ ਆਉਂਦੇ ਸੀ। ਉਹ ਬੇਸ਼ੱਕ ਘੱਟ ਜਮਾਤਾਂ ਪੜ੍ਹੇ ਸੀ ਪਰ ਵੱਡੀ ਗੱਲ ਨੂੰ ਸ਼ਾਰਟ ਦੇ ਵਿੱਚ ਬੋਲਣਾ, ਲਿਖਣਾ, ਦੱਸਣਾ ਉਹ ਸਾਡੇ ਬਜ਼ੁਰਗ ਸਾਨੂੰ ਦੱਸਦੇ ਨੇ। ਸੋ ਅੱਗੇ ਹੈ ਉੱਚੇ ਅਤੇ ਸੁੱਚੇ ਆਚਰਣ ਵਾਲਾ ਜਾਂ
ਉੱਚੇ ਤੇ ਸੁੱਚੇ ਆਚਾਰ ਵਾਲਾ, ਉਹਨੂੰ ਅਸੀਂ ਬੋਲਦੇ ਹਾਂ ਸਦਾਚਾਰੀ, ਜਿਹੜਾ ਚੰਗਾ ਵਿਅਕਤੀ ਹੋਵੇ। ਅੱਗੇ ਹੈ 14 ਨੰਬਰ, ਆਗਿਆ ਦਾ ਪਾਲਣ ਕਰਨ ਵਾਲਾ, ਆਗਿਆਕਾਰੀ। ਅਸੀਂ ਕਿਹਾ ਵੀ ਉਹ ਉਹਨਾਂ ਦਾ ਮੁੰਡਾ ਕਿੱਦਾਂ ਦਾ, ਜੇ ਅਸੀਂ ਪੁੱਛੀਏ ਵੀ ਹਰਨਾਮ ਸਿੰਘ ਦਾ ਮੁੰਡਾ ਕਿੱਦਾਂ ਦਾ, ਸਾਹਮਣੇ ਵਾਲੇ ਨੇ ਕਹਿਣਾ ਜੀ ਉਹ ਬਹੁਤ ਆਗਿਆਕਾਰੀ ਹੈ, ਜਾਂ ਉਹਨੇ ਇੱਕੇ ਸ਼ਬਦ ਕਹਿ ਤਾ ਆਗਿਆਕਾਰੀ, ਉਹ ਅੱਗੇ ਲੰਘ ਗਿਆ। ਉਹਨੇ ਇੱਕ ਸ਼ਬਦ ਕਿਹਾ ਕਿ ਆਗਿਆਕਾਰੀ, ਉਹ ਚਲਿਆ ਗਿਆ। ਅਸੀਂ ਝੱਟ ਸਮਝ ਗਏ ਕਿ ਜਿਹੜਾ ਦੂਸਰਿਆਂ ਦੀ ਆਗਿਆ ਦਾ ਪਾਲਣ ਕਰਦਾ ਹੋਵੇ ਉਸ ਨੂੰ ਆਗਿਆਕਾਰੀ ਕਹਿੰਦੇ ਨੇ। ਅੱਗੇ ਹੈ ਆਪਣਾ ਉੱਲੂ ਸਿੱਧਾ ਕਰਨ ਵਾਲਾ, ਉਹਨੂੰ ਕਿਹਾ ਜਾਂਦਾ ਸਵਾਰਥੀ। ਲੀਡਰਾਂ ਦੇ ਵਿੱਚੋਂ ਅਸੀਂ ਦੇਖਦੇ ਹਾਂ ਵੀ ਭਾਈ ਉਹ ਲੀਡਰ ਤਾਂ ਬਹੁਤ ਸਵਾਰਥੀ ਆ, ਆਪਾਂ ਉਹਦੀ ਸਮਝ ਲੈਂਦੇ ਹਾਂ ਵੀ ਜਿਹੜਾ ਬੰਦਾ ਆਪਦਾ ਉੱਲੂ ਸਿੱਧਾ ਕਰਦਾ ਇਹ ਉਹੋ ਜਿਹਾ ਬੰਦਾ, ਜਦੋਂ ਸਾਨੂੰ ਸਵਾਰਥੀ ਦੇ ਅਰਥ ਪਤਾ ਹੁੰਦੇ ਨੇ। 16 ਨੰਬਰ ਹੈ ਕਿ ਆਪਣੀ ਮਰਜ਼ੀ ਕਰਨ ਵਾਲਾ, ਉਹਦੇ ਲਈ ਸ਼ਬਦ ਵਰਤਾਂਗੇ ਆਪ ਹੁਦਰਾ, ਜਿਹੜਾ ਆਪ ਦੇ ਮੁਤਾਬਕ ਹੀ ਚੱਲਦਾ ਹੈ। ਅੱਗੇ ਹੈ 17 ਨੰਬਰ, ਸਾਹਿਤ ਦੀ ਰਚਨਾ ਕਰਨ ਵਾਲਾ, ਉਸ ਨੂੰ ਕਹਾਂਗੇ ਸਾਹਿਤਕਾਰ। 18 ਹੈ ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਨ ਵਾਲਾ, ਇਹਨੂੰ ਕਹਿੰਦੇ ਨੇ ਸਰਾਫ, ਸਰਾਫਾ ਬਾਜ਼ਾਰ। ਜਿਵੇਂ ਆਪਾਂ ਕਹਿੰਦੇ ਆ ਵੀ ਖਬਰ ਆ ਰਹੀਆਂ ਨੇ ਹੁਣ ਖਬਰਾਂ ਸਰਾਫਾ ਬਾਜ਼ਾਰ ਤੋਂ, ਉਹਦਾ ਭਾਵ ਹੁੰਦਾ ਵੀ ਜਿੱਥੇ ਸੋਨੇ ਚਾਂਦੀ ਦੇ ਗਹਿਣਿਆਂ ਦਾ ਰੇਟ ਦੱਸਿਆ ਜਾਂਦਾ ਹੁੰਦਾ, ਅਤੇ ਜਿਹੜਾ ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਦਾ ਉਹਨੂੰ ਕਿਹਾ ਜਾਂਦਾ ਸਰਾਫ। ਅੱਗੇ ਹੈ 19 ਨੰਬਰ, ਕੰਮ ਤੋਂ ਜੀ ਚਰਾਉਣ ਵਾਲਾ, ਉਸ ਨੂੰ ਅਸੀਂ ਕਹਾਂਗੇ ਕੰਮ ਚੋਰ। ਅੱਗੇ ਹੈ 20 ਨੰਬਰ, ਕਹਾਣੀਆਂ ਲਿਖਣ ਵਾਲਾ ਜਾਂ ਵਾਲੀ, ਉਸ ਨੂੰ ਕਹਾਂਗੇ ਕਹਾਣੀਕਾਰ, ਚਾਹੇ ਉਹ ਮਰਦ ਹੈ ਜਾਂ ਔਰਤ ਹੈ। ਅੱਗੇ ਹੈ 21 ਨੰਬਰ, ਕਵਿਤਾ ਲਿਖਣ ਵਾਲੀ ਜਾਂ ਲਿਖਣ ਵਾਲਾ, ਕਵੀ ਜਾਂ ਕਵਿੱਤਰੀ। ਇੱਥੇ ਕਵਿੱਤਰੀ ਅਤੇ ਕਵੀ ਸਾਨੂੰ ਜ਼ਰੂਰ ਲਿਖਣਾ ਪਏਗਾ। 22 ਨੰਬਰ ਹੈ ਕਿ ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ, ਜਿੱਥੇ ਉਹ ਬੈਠਦੀਆਂ ਨੇ ਉਸ ਥਾਂ ਨੂੰ ਕੀ ਕਿਹਾ ਜਾਂਦਾ ਹੈ, ਉਸ ਨੂੰ ਕਹਿੰਦੇ ਨੇ ਤ੍ਰਿੰਜਣ। ਅਸੀਂ ਕਹਾਂਗੇ ਕਿ ਸਾਡੀ ਗੁਰਕਮਲ ਕਿੱਥੇ ਆ, ਅਤੇ ਦਾਦੀ ਕਹੂਗੀ ਉਹ ਤ੍ਰਿੰਜਣ ਬੈਠੀ ਆ, ਤਾਂ ਦੂਸਰੇ ਸਮਝ ਲੈਣਗੇ ਕਿ ਤ੍ਰਿੰਜਣ ਕੀ ਹੁੰਦੀ ਆ। ਇਟ ਮੀਨਜ਼ ਵੀ ਜਿੱਥੇ ਇਕੱਠੀਆਂ ਬੈਠ ਕੇ ਕੁੜੀਆਂ ਚਰਖਾ ਕੱਤਦੀਆਂ ਨੇ, ਸਾਡੀ ਗੁਰਕਮਲ ਉੱਥੇ ਗਈ ਹੋਈ ਹੈ। ਅੱਗੇ ਹੈ 23 ਨੰਬਰ, ਚਾਰ ਪੈਰਾਂ ਵਾਲਾ ਜਾਨਵਰ, ਉਹਨੂੰ ਬੋਲਦੇ ਆ ਚੌਪਾਇਆ, ਜਿਹਦੇ 4 ਪੈਰ ਹੋਣ। 24 ਨੰਬਰ ਹੈ ਕਿ ਜਿਹੜਾ ਪ੍ਰਮਾਤਮਾ ਨੂੰ ਮੰਨੇ, ਉਹਨੂੰ ਅਸੀਂ ਕਹਿੰਦੇ ਆ ਆਸਤਕ, ਜਿਹਨੂੰ ਆਸ ਹੁੰਦੀ ਆ, ਅਤੇ ਜਿਹੜਾ ਪ੍ਰਮਾਤਮਾ ਨੂੰ ਨਾ ਮੰਨੇ ਉਸ ਨੂੰ ਕਹਾਂਗੇ ਨਾਸਤਕ। 26 ਨੰਬਰ ਹੈ ਕਿ ਜਿਹੜਾ ਕਿਸੇ ਦੀ ਕੀਤੀ ਨੇਕੀ ਨਾ ਜਾਣੇ, ਕਿਸੇ ਵਿਅਕਤੀ ਨੇ ਤੁਹਾਡੇ ਲਈ ਕੋਈ ਸ਼ੁਭ ਕੰਮ ਕੀਤਾ ਜਾਂ ਤੁਹਾਡੀ ਕਿਤੇ ਮਦਦ ਕੀਤੀ, ਅਸੀਂ ਉਹਨੂੰ ਭੁਲਾ ਦਈਏ, ਅਸੀਂ ਉਹਦੇ ਕੀਤੇ ਹੋਏ ਸ਼ੁਕਰਾਨੇ ਨੂੰ ਭੁੱਲ ਜਾਈਏ, ਤਾਂ ਸਾਨੂੰ ਕੋਈ ਲੋਕ ਜਿਹੜੇ ਸੰਬੋਧਨ ਕਰਨਗੇ ਕਹਿਣਗੇ ਭਾਈ ਇਹ ਬੰਦਾ ਨਾ ਸ਼ੁਕਰ ਹੈ, ਸ਼ੁਕਰ ਨੂੰ ਨਾ ਮੰਨਣ ਵਾਲਾ ਨਾ ਸ਼ੁਕਰਾ। ਜਾਂ ਅਕਿਰਤਘਣ, ਜੋ ਕਿਸੇ ਦੇ ਕੀਤੇ ਹੋਏ ਉਪਕਾਰ ਨੂੰ ਭੁੱਲ ਜਾਵੇ ਉਸ ਵਿਅਕਤੀ ਨੂੰ ਅਕਿਰਤਘਣ ਵੀ ਕਿਹਾ ਜਾਂਦਾ। ਗੁਰਬਾਣੀ ਦੇ ਵਿੱਚ ਇੱਦਾਂ ਦਾ ਸ਼ਬਦ ਆਉਂਦਾ ਕਿ ਜਿਹੜੇ ਦੁਨੀਆ ਦੇ ਉੱਪਰ ਭਾਰ ਨੇ ਉਹ ਅਕਿਰਤਘਣੀ ਲੋਕ ਨੇ, ਜੋ ਕਿਸੇ ਦੇ ਪਰਉਪਕਾਰ ਨੂੰ ਭੁੱਲ ਜਾਣ, ਉਹ ਲੋਕਾਂ ਨੂੰ ਅਸਲ 'ਚ ਦੁਨੀਆ ਦੇ ਉੱਪਰ ਧਰਤੀ ਦੇ ਉੱਪਰ ਭਾਰ ਕਿਹਾ ਜਾਂਦਾ। ਅੱਗੇ ਹੈਗਾ ਬੇਟਾ 27 ਨੰਬਰ, ਜਿਹੜਾ ਕਦੇ ਨਾ ਥੱਕੇ। ਵੈਸੇ ਬੇਟਾ ਇਹ ਨਹੀਂ ਹੁੰਦਾ ਕੋਈ ਨਾ ਥੱਕੇ, ਪਰ ਜੇ ਅਸੀਂ ਆਮ ਗੱਲ ਕਹੀਏ ਕਿ 10 ਮੁੰਡੇ ਕੰਮ ਕਰ ਰਹੇ ਨੇ ਵੀ ਉਹਨਾਂ 'ਚ ਇੱਕ ਅਣਥੱਕ ਹੈ। ਅਣਥੱਕ ਤੋਂ ਭਾਵ ਹੁੰਦਾ ਕਿ ਜਿਹੜਾ ਕਦੇ ਨਾ ਥੱਕੇ, ਇਹ ਹੁੰਦਾ ਹੈ। ਜੇ 10 ਬੰਦੇ ਗਰੁੱਪ 'ਚ ਕੰਮ ਕਰਦੇ ਨੇ ਅਤੇ ਉਹਨਾਂ 'ਚ ਇੱਕ ਵਿਅਕਤੀ ਦੀ ਪਹਿਚਾਣ ਐਸੀ ਜ਼ਰੂਰ ਹੁੰਦੀ ਆ ਵੀ ਇਹ ਕੰਮ ਕਿੰਨਾ ਮਰਜ਼ੀ ਕਰਵਾ ਲਓ ਪਰ ਇਹ ਵਿਅਕਤੀ ਹੈ ਜਿਹੜਾ ਉਹ ਅਣਥੱਕ ਹੈ। ਜਿਹੜਾ ਕਦੇ ਨਾ ਥੱਕੇ ਉਸ ਨੂੰ ਕਹਾਂਗੇ ਅਣਥੱਕ। ਅਤੇ 28 ਨੰਬਰ ਹੈ ਜਿਹੜਾ ਕਦੇ ਨਾ ਟੁੱਟੇ, ਉਹਨੂੰ ਅਸੀਂ ਕਹਾਂਗੇ ਅਟੁੱਟ, ਜਿਹੜਾ ਕਦੇ ਨਾ ਟੁੱਟੇ। ਅੱਗੇ ਹੈਗਾ ਬੇਟਾ 29, ਜਿਹੜਾ ਬੋਲ ਨਾ ਸਕਦਾ ਹੋਵੇ ਉਹਨੂੰ ਕਹਿੰਦੇ ਨੇ ਗੂੰਗਾ। 30 ਨੰਬਰ ਹੈ ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੋਵੇ, ਉਸ ਨੂੰ ਕਹਿੰਦੇ ਨੇ ਸਰਬ ਸ਼ਕਤੀਮਾਨ। ਜਿਵੇਂ ਅਸੀਂ ਪ੍ਰਮਾਤਮਾ ਨੂੰ ਕਹਿੰਦੇ ਹਾਂ ਕਿ ਪ੍ਰਮਾਤਮਾ ਸਰਬ ਸ਼ਕਤੀਮਾਨ ਹੈ। 31 ਨੰਬਰ, ਜਿਹੜਾ ਕੋਈ ਵੀ ਕੰਮ ਨਾ ਕਰੇ, ਵਿਹਲੜ, ਨਿਕੰਮਾ। ਨਿਕੰਮਾ ਸ਼ਬਦ ਇਹਦੇ ਨਾਲ ਜ਼ਿਆਦਾ ਢੁੱਕਦਾ, ਜੋ ਕੰਮ ਕਰੇ ਉਹਨੂੰ ਕੰਮ ਆ, ਜਿਹੜਾ ਕੰਮ ਨਾ ਕਰੇ ਉਹਨੂੰ ਕਹਾਂਗੇ ਨਕਾਮਾ, ਜਿਹੜਾ ਕੰਮ ਨਾ ਕਰੇ। ਜਿਵੇਂ ਨਾ ਵਾਚਕ ਹਾਂ ਵਾਚਕ ਵਾਕ ਬਣਾਉਂਦੇ ਆ। 32 ਨੰਬਰ ਹੈ ਕਿ ਜਿਹੜਾ ਕਿਸੇ ਚੀਜ਼ ਦੀ ਖੋਜ ਕਰੇ, ਉਹਨੂੰ ਕਹਾਂਗੇ ਖੋਜੀ। 33 ਨੰਬਰ ਹੈ ਕਿ ਜਿਹੜਾ ਕੁਝ ਵੱਡਿਆਂ ਵਡੇਰਿਆਂ ਕੋਲੋਂ ਮਿਲੇ, ਜਿਵੇਂ ਸਾਡੇ ਦਾਦੇ ਪੜਦਾਦੇ ਕੋਈ ਚੀਜ਼ ਸਾਨੂੰ ਸਿੱਖਿਆ ਦੇ ਕੇ ਗਏ, ਕੋਈ ਕੰਮ ਦੇ ਕੇ ਗਏ, ਕੋਈ ਕਾਰੋਬਾਰ ਦੇ ਕੇ ਗਏ, ਜਿਹੜਾ ਕੁਝ ਵੱਡਿਆਂ ਵਡੇਰਿਆਂ ਕੋਲੋਂ ਮਿਲੇ ਉਸ ਨੂੰ
ਵਿਰਸਾ ਵੀ ਕਹਿੰਦੇ ਹਾਂ ਅਤੇ ਵਿਰਾਸਤ ਵੀ। 34 ਨੰਬਰ ਹੈ, ਜਿਹੜਾ ਮਨੁੱਖ ਪੜ੍ਹਿਆ ਨਾ ਹੋਵੇ ਉਹਨੂੰ ਕਹਾਂਗੇ ਅਨਪੜ੍ਹ। ਅਤੇ ਜਿਹੜਾ ਮਨੁੱਖ ਕਿਸੇ ਨਾਲ ਪੱਖਪਾਤ ਨਾ ਕਰੇ, ਕਿਸੇ ਨਾਲ ਅਮੀਰ ਗਰੀਬ ਉੱਚਾ ਨੀਵਾਂ ਗੋਰਾ ਕਾਲੇ ਵਾਲਾ ਭੇਦ ਨਾ ਰੱਖੇ, ਜਿਹੜਾ ਮਨੁੱਖ ਕਿਸੇ ਨਾਲ ਪੱਖਪਾਤ ਨਾ ਕਰੇ ਉਸ ਨੂੰ ਕਹਿੰਦੇ ਹਨ ਨਿਰਪੱਖ, ਜਿਹਦੇ ਵਿੱਚ ਕਿਸੇ ਦਾ ਪੱਖ ਨਾ ਲਿਆ ਜਾਵੇ। ਜਿਵੇਂ ਅਸੀਂ ਕਹਿੰਦੇ ਕਿ ਇਸ ਵਾਰ ਚੋਣ ਕਮਿਸ਼ਨ ਨੇ ਨਿਰਪੱਖ ਚੋਣਾਂ ਕਰਵਾਈਆਂ। ਨਿਰਪੱਖ ਭਾਵ ਵੀ ਸਾਰਿਆਂ ਨੂੰ ਬਰਾਬਰ ਰੱਖਿਆ, ਕਿਸੇ ਦਾ ਪੱਖ ਨਹੀਂ ਪੂਰਿਆ। 36 ਨੰਬਰ ਹੈਗਾ ਬੇਟਾ, ਜਿਹੜੇ ਮਨੁੱਖ ਇੱਕੋ ਸਮੇਂ ਹੋਏ ਹੋਣ। ਇੱਕੋ ਸਮੇਂ ਭਾਵ ਵੀ ਕੋਈ 12 ਵਜੇ ਜਨਮ ਹੋਇਆ, ਜਾਂ ਬੁੱਧਵਾਰ ਨੂੰ ਜਨਮ ਹੋਇਆ, ਜਾਂ ਇੱਕੋ ਮਹੀਨੇ ਦੇ ਵਿੱਚ ਜਨਮ ਹੋਇਆ, ਜਾਂ ਇੱਕੋ ਸਾਲ ਦੇ ਵਿੱਚ ਜਨਮ ਹੋਇਆ, ਵੀ ਉਹਨਾਂ ਦੇ ਜਨਮ ਨਾਲ ਸੰਬੰਧਿਤ ਕੋਈ ਸਮਾਨਤਾ ਹੋਵੇ। ਵੱਡੀ ਸਮਾਨਤਾ ਇਹ ਹੁੰਦੀ ਹੈ ਜਿਹੜੇ ਇੱਕੋ ਸਮੇਂ 'ਤੇ ਜਨਮੇ ਹੋਣ, ਵੀ 12 ਵਜੇ ਉਹਨਾਂ ਦੇ ਘਰ ਮੁੰਡਾ ਹੋਇਆ, 12 ਵਜੇ ਦੂਸਰੇ ਘਰ ਕੋਈ ਕਿਸੇ ਦੀ ਧੀ ਨੇ ਜਨਮ ਲਿਆ ਹੋਵੇ, ਉਹਨਾਂ ਨੂੰ ਅਸੀਂ ਕਹਾਂਗੇ ਸਮਕਾਲੀ। ਜਾਂ ਬੇਟਾ ਇਹ ਵੀ ਹੁੰਦਾ ਵੀ ਉਹਦਾ ਵੀ ਜਨਮ 1983 ਦਾ, ਦੂਸਰੇ ਦਾ ਵੀ 1983 ਦਾ, ਅਸੀਂ ਕਹਾਂਗੇ ਭਾਈ ਸਮਕਾਲੀ ਨੇ ਇਹ, ਵੀ ਉਹ ਸਮੇਂ ਦਾ ਹੀ ਇਹਦਾ ਜਨਮ ਆ, ਉਹ ਸੰਨ 'ਚ ਹੀ ਇਸ ਦੂਸਰੇ ਵਿਅਕਤੀ ਦਾ ਜਨਮ ਆ। 37 ਨੰਬਰ ਹੈ, ਜਿਹੜਾ ਦੇਸ਼ ਨਾਲ ਗਦਾਰੀ ਕਰੇ ਉਸ ਨੂੰ ਦੇਸ਼ ਧਰੋਹੀ ਵੀ ਕਿਹਾ ਜਾਂਦਾ ਹੈ ਅਤੇ ਉਸ ਨੂੰ ਗਦਾਰ ਵੀ ਕਹਿੰਦੇ ਹਨ। 38 ਨੰਬਰ ਹੈ, ਜਿਹੜਾ ਬਹੁਤੀਆਂ ਗੱਲਾਂ ਕਰਦਾ ਹੋਵੇ ਉਹਨੂੰ ਕਹਿੰਦੇ ਨੇ ਗਾਲੜੀ, ਜਿਹਦੀਆਂ ਗੱਲਾਂ ਹੀ ਨਾ ਮੁੱਕਣ। 39 ਨੰਬਰ ਹੈ, ਜਿਹੜੇ ਗੁਣ ਜਾਂ ਔਗਣ ਜਨਮ ਤੋਂ ਹੋਣ ਉਸ ਨੂੰ ਕਹਿੰਦੇ ਨੇ ਜਮਾਂਦਰੂ। ਜਿਵੇਂ ਅਸੀਂ ਕਹਿੰਦੇ ਹਾਂ ਭਾਈ ਇਸ ਮੁੰਡੇ ਨੂੰ ਪੋਲੀਓ ਹੋ ਗਿਆ, ਉਹ ਕਹਿੰਦੇ ਨੇ ਭਾਈ ਇਹ ਤਾਂ ਜਨਮ ਵੇਲੇ ਤੋਂ ਹੀ ਆ। ਕਿਸੇ ਦੇ ਤਿਣ ਹੁੰਦਾ ਹੈ ਫੇਸ 'ਤੇ, ਜਾਂ ਕਿਸੇ ਦੇ 2 ਹੱਥ ਦੇ ਉੱਪਰ ਉਂਗਲਾਂ ਹੁੰਦੀਆਂ ਨੇ, ਅਤੇ ਤੁਸੀਂ ਸੁਣਿਆ ਹੋਊਗਾ ਬਜ਼ੁਰਗ ਗੱਲਾਂ ਕਰਦੇ ਨੇ ਵੀ ਇਹ ਹੱਥ 'ਤੇ ਕਿਵੇਂ ਹੋ ਗਿਆ, ਅਤੇ ਬਜ਼ੁਰਗ ਕਹਿਣਗੇ ਭਾਈ ਇਹ ਤਾਂ ਜਮਾਂਦਰੂ ਆ, ਇਹਦੇ ਹੱਥ ਦੇ ਨਾਲ ਆ ਇੱਕ ਚੀਚੀ। ਆਪਾਂ ਕਹਿੰਦੇ ਇਹਦੇ ਚਿਹਰੇ 'ਤੇ ਏਡਾ ਵੱਡਾ ਇਹ ਤਿਣ ਜਿਹਾ ਕਿਵੇਂ ਹੋ ਗਿਆ, ਕਹਿਣਗੇ ਭਾਈ ਤਾਂ ਜਮਾਂਦਰੂ ਆ, ਭਾਵ ਜਨਮ ਸਮੇਂ ਤੋਂ ਹੀ ਹੈ। 40 ਨੰਬਰ ਹੈ, ਜਿਹੜਾ ਬੱਚਾ ਘਰ ਵਿੱਚ ਸਭ ਤੋਂ ਪਹਿਲਾਂ ਪੈਦਾ ਹੋਇਆ ਹੋਵੇ। ਜੇ ਮੰਨ ਲਓ ਘਰ ਦੇ ਵਿੱਚ 3 ਭੈਣ ਭਰਾ ਨੇ, ਜਾਂ 3 ਭੈਣਾਂ ਨੇ, ਜਾਂ 3 ਭਰਾ ਨੇ, ਜਾਂ 3 ਭੈਣ ਭਰਾ ਨੇ, ਜਿਹੜੇ ਬੱਚੇ ਨੇ ਉਸ ਘਰ ਦੇ ਵਿੱਚ ਸਭ ਤੋਂ ਪਹਿਲਾਂ ਜਨਮ ਲਿਆ ਹੁੰਦਾ ਉਸ ਨੂੰ ਕਹਿੰਦੇ ਨੇ ਜੇਠਾ ਜਾਂ ਪਲੇਠਾ। ਪਲੇਠੇ ਤੋਂ ਭਾਵ ਹੁੰਦਾ ਜਿਹੜਾ ਪਹਿਲਾਂ ਪੈਦਾ ਹੋਇਆ ਹੋਵੇ। ਜੇਠਾ ਸ਼ਬਦ ਆ ਜਿਹੜਾ ਮਾਲਵੇ ਖਿੱਤੇ ਦੇ ਵਿੱਚ ਜ਼ਿਆਦਾ ਵਰਤੋਂ ਦੇ ਵਿੱਚ ਲਿਆਂਦਾ ਜਾਂਦਾ। 41 ਨੰਬਰ, ਜਿਸ ਨੇ ਧਰਮ ਜਾਂ ਦੇਸ਼ ਲਈ ਜਾਨ ਕੁਰਬਾਨ ਕੀਤੀ ਹੋਵੇ ਉਸ ਨੂੰ ਕੀ ਕਹਿੰਦੇ ਹਨ, ਸ਼ਹੀਦ। 42 ਨੰਬਰ, ਜਿਸ ਨੂੰ ਸਾਰੇ ਪਿਆਰ ਕਰਨ, ਜਿਹੜਾ ਸਾਰਿਆਂ ਦਾ ਪਿਆਰਾ ਹੋਵੇ ਉਸ ਨੂੰ ਕਹਿੰਦੇ ਹਨ ਹਰਮਨ ਪਿਆਰਾ। 43 ਨੰਬਰ, ਜਿਸ ਸ਼ਬਦ ਦੇ ਅਰਥ ਹੋਣ ਉਸ ਨੂੰ ਕਹਿੰਦੇ ਹਨ ਸਾਰਥਕ। 43 ਤੋਂ ਬਾਅਦ ਹੈ 44, ਕਿ ਜਿਸ ਸ਼ਬਦ ਦੇ ਕੋਈ ਅਰਥ ਨਾ ਨਿਕਲਦੇ ਹੋਣ ਉਸ ਨੂੰ ਨਿਰਾਰਥਕ। ਜਿਵੇਂ ਕਿ ਚਾਹ ਤਾਂ ਸ਼ਬਦ ਦਾ ਸਾਰਥਕ ਅਰਥ ਹੈ, ਚੂਹ ਨਿਰਾਰਥਕ ਹੈ। ਰੋਟੀ ਸਾਰਥਕ ਸ਼ਬਦ ਹੈ, ਰਾਟੀ ਨਿਰਾਰਥਕ ਸ਼ਬਦ ਹੈ ਜਿਸ ਦੇ ਅਰਥ ਨਹੀਂ ਹੁੰਦੇ। ਸੋ ਅਗਲਾ ਪੜ੍ਹਦੇ ਹਾਂ 45 ਨੰਬਰ, ਜਿਸ ਨੂੰ ਕਿਹਾ ਜਾਂ ਬਿਆਨ ਨਾ ਕੀਤਾ ਜਾ ਸਕਦਾ ਹੋਵੇ, ਜਿਸ ਬਾਰੇ ਕੁਝ ਕਿਹਾ ਨਾ ਜਾ ਸਕਦਾ ਹੋਵੇ ਉਸ ਨੂੰ ਕਹਿੰਦੇ ਹਨ ਅਕਹਿ। ਅ ਪਾ ਕੇ ਕੱਕਾ ਹਾਹੇ ਨੂੰ ਸਿਹਾਰੀ, ਅਕਹਿ। 46 ਨੰਬਰ ਹੈ, ਕਿ ਜਿਸ ਉੱਤੇ ਕਹੀ ਹੋਈ ਕਿਸੇ ਗੱਲ ਦਾ ਉੱਕਾ ਅਸਰ ਨਾ ਹੋਵੇ ਉਸ ਨੂੰ ਸਾਡੇ ਬਜ਼ੁਰਗ ਕਹਿੰਦੇ ਨੇ ਭਾਈ ਇਹ ਮੁੰਡਾ ਤਾਂ ਢੀਠ ਹੋ ਗਿਆ ਹੁਣ, ਇਹ ਕੁੜੀ ਤਾਂ ਭਾਈ ਢੀਠ ਹੋ ਗਈ ਹੁਣ। ਜਾਂ ਅਸੀਂ ਕਹੀਏ ਕਿ ਇਹਨੂੰ ਭਾਈ ਕੁਛ ਮਰਜ਼ੀ ਕਹਿ ਲਓ, ਹਰੇਕ ਗੱਲ ਨੂੰ ਇਹ ਬੇਅਸਰ ਜਾਣਦਾ। ਮਤਲਬ ਕਿ ਜਦੋਂ ਅਸੀਂ ਢੀਠ ਜਾਂ ਬੇਅਸਰ ਸ਼ਬਦ ਨੂੰ ਵਰਤੋਂ 'ਚ ਲੈ ਕੇ ਆਉਂਦੇ ਹਾਂ ਉਦੋਂ ਸਾਡੇ ਦਿਮਾਗ ਦੇ ਵਿੱਚ ਇਹ ਸ਼ਬਦਾਂ ਦੇ ਅਰਥ ਆ ਜਾਂਦੇ ਹਨ ਕਿ ਇਸ ਉੱਤੇ ਕਹੀ ਹੋਈ ਕਿਸੇ ਵੀ ਗੱਲ ਦਾ ਅਸਰ ਨਹੀਂ ਹੁੰਦਾ। 47 ਨੰਬਰ ਹੈ, ਕਿ ਜਦੋਂ ਮੀਂਹ ਨਾ ਪਵੇ ਜਾਂ ਮੀਂਹ ਦੀ ਘਾਟ ਹੋਵੇ ਉਸ ਸਮੇਂ ਨੂੰ, ਜਦੋਂ ਧਰਤੀ ਰੁੱਕੀ ਸੁੱਕੀ ਹੋ ਜਾਂਦੀ ਹੈ ਤਾਂ ਉਸ ਨੂੰ ਔੜ ਵੀ ਕਿਹਾ ਜਾਂਦਾ ਹੈ ਅਤੇ ਸੋਕਾ ਵੀ। ਔੜ ਅਤੇ ਸੋਕਾ ਸ਼ਬਦ ਸਮਾਨ ਅਰਥਕ ਸ਼ਬਦ ਹਨ। 48 ਨੰਬਰ ਹੈ, ਕਿ ਜੋ ਦੂਸਰਿਆਂ ਦਾ ਭਲਾ ਕਰੇ ਉਸ ਨੂੰ ਕਹਿੰਦੇ ਹਨ ਪਰ ਉਪਕਾਰੀ, ਜੋ ਦੂਸਰਿਆਂ ਲਈ ਕੰਮ ਕਰੇ, ਦੂਸਰਿਆਂ ਦਾ ਭਲਾ ਕਰੇ।
49 ਨੰਬਰ ਹੈ ਕਿ ਜਿੱਥੇ ਰੁਪਏ ਪੈਸੇ ਜਾਂ ਸਿੱਕੇ ਬਣਾਏ ਜਾਣ, ਜਿੱਥੇ ਰੁਪਏ ਪੈਸੇ ਜਾਂ ਸਿੱਕੇ ਬਣਾਏ ਜਾਣ, ਉਸ ਥਾਂ ਨੂੰ ਟਕਸਾਲ ਕਿਹਾ ਜਾਂਦਾ ਹੈ। ਉਸ ਥਾਂ ਨੂੰ ਟਕਸਾਲ ਕਿਹਾ ਜਾਂਦਾ ਹੈ। 50 ਨੰਬਰ ਹੈ ਕਿ ਜੋ ਸਹਿਣ ਨਾ ਕੀਤਾ ਜਾ ਸਕਦਾ ਹੋਵੇ ਉਸ ਨੂੰ ਕਹਾਂਗੇ ਅਸਹਿ। 51 ਨੰਬਰ ਜੋ ਪੈਸੇ ਕੋਲ ਹੁੰਦਿਆਂ ਹੋਇਆਂ ਵੀ ਜ਼ਰੂਰੀ ਖਰਚ ਨਾ ਕਰੇ, ਜੋ ਪੈਸੇ ਕੋਲ ਹੁੰਦਿਆਂ ਹੋਇਆਂ ਵੀ ਜ਼ਰੂਰੀ ਖਰਚ ਨਾ ਕਰੇ ਉਸ ਨੂੰ ਕਹਿੰਦੇ ਹਨ ਕੰਜੂਸ। 52 ਨੰਬਰ ਹੈ ਕਿ ਜੋ ਬੇਮਤਲਬ ਖਰਚ ਕਰੇ ਉਸ ਨੂੰ ਕਿਹਾ ਜਾਂਦਾ ਹੈ ਖਰਚੀਲਾ। 53 ਨੰਬਰ ਜੋ ਆਪ ਨਾਲ ਬੀਤੀ ਹੋਵੇ ਉਸ ਨੂੰ ਕਹਿੰਦੇ ਹਨ ਹੱਡ ਬੀਤੀ। ਜੋ ਕਿਸੇ ਬੰਦੇ ਦੇ ਨਾਲ ਖੁਦ ਨਾਲ ਵਾਪਰੀ ਹੋਵੇ ਘਟਨਾ, ਜਿਵੇਂ ਕੋਈ ਫੌਜੀ ਨੇ, ਉਹ ਆ ਕੇ ਕੋਈ ਫੌਜੀ ਬੈਠਾ ਸੁਣਾਉਂਦਾ, ਲੈ ਵੀ ਮਿੱਤਰੋ ਮੈਂ ਤੁਹਾਨੂੰ ਆਪਣੀ ਹੱਡ ਬੀਤੀ ਸੁਣਾਉਣ ਲੱਗਿਆ। ਹੁਣ ਜਦੋਂ ਬੇਟਾ ਉਹ ਇਹ ਹੱਡ ਬੀਤੀ ਸ਼ਬਦ ਕਹੇਗਾ ਤਾਂ ਤੁਹਾਨੂੰ ਪਤਾ ਕਿ ਇਹ ਇਸ ਵਿਅਕਤੀ ਦੇ ਨਾਲ ਵਾਪਰੀ ਹੋਈ ਘਟਨਾ। ਅਤੇ ਜੇ ਉਹ ਫੌਜੀ ਕਹੇ ਕਿ ਮਿੱਤਰੋ ਮੈਂ ਜਿਹੜੀ ਗੱਲ ਕਹਿਣ ਲੱਗਿਆ ਇਹ ਜੱਗ ਬੀਤੀ ਆ, ਵੀ ਕਿਸੇ ਨਾਲ ਵਾਪਰੀ ਸੀ ਇਹ ਘਟਨਾ। ਜਿਵੇਂ ਜੋ ਆਪ ਨਾਲ ਬੀਤੀ ਹੋਵੇ ਉਸ ਨੂੰ ਕਿਹਾ ਜਾਂਦਾ ਹੈ ਹੱਡ ਬੀਤੀ। 54 ਨੰਬਰ ਹੈ ਜੋ ਦੁਨੀਆ ਨਾਲ ਬੀਤੀ ਹੋਵੇ, ਭਾਵ ਲੋਕਾਂ ਨਾਲ ਦੁਨੀਆ ਦੇ ਵਿੱਚ ਕਿਸੇ ਦੀ ਗੱਲ ਹੋਵੇ, ਉਸ ਨੂੰ ਕਿਹਾ ਜਾਂਦਾ ਹੈ ਜੱਗ ਬੀਤੀ। 55 ਨੰਬਰ ਪਿੰਡ ਦੇ ਝਗੜਿਆਂ ਦਾ ਫੈਸਲਾ ਕਰਨ ਵਾਲੀ ਸਭਾ, ਇਸ ਨੂੰ ਕੀ ਕਿਹਾ ਜਾਂਦਾ ਹੈ? ਇਸ ਨੂੰ ਕਹਿੰਦੇ ਹਨ ਪੰਚਾਇਤ। 56 ਨੰਬਰ ਹੈ ਕਿ ਪੈਦਲ ਸਫ਼ਰ ਕਰਨ ਵਾਲਾ ਉਹ ਵਿਅਕਤੀ ਜੋ ਪੈਦਲ ਯਾਤਰਾ ਕਰਦਾ ਹੈ ਉਸ ਨੂੰ ਕਿਹਾ ਜਾਂਦਾ ਪਾਂਧੀ। ਜੋ ਪੈਰਾਂ ਦੇ ਨਾਲ ਤੁਰ ਕੇ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਪਾਂਧੀ। 57 ਨੰਬਰ ਪਿਓ ਦਾਦੇ ਦੀ ਗੱਲ, ਉਸ ਨੂੰ ਕਿਹਾ ਜਾਂਦਾ ਪਿਤਾ ਪੁਰਖੀ। ਜੋ ਤੁਹਾਡੇ ਪਿਤਾ ਦੀ ਜਾਂ ਤੁਹਾਡੇ ਦਾਦਾ ਜੀ ਨਾਲ ਸੰਬੰਧਿਤ ਗੱਲ ਹੋਵੇ ਉਸ ਨੂੰ ਕਿਹਾ ਜਾਂਦਾ ਹੈ ਪਿਤਾ ਪੁਰਖੀ। 58 ਨੰਬਰ ਨਾਟਕ ਜਾਂ ਫਿਲਮ ਦੇਖਣ ਵਾਲਾ, ਉਸ ਨੂੰ ਕਿਹਾ ਜਾਂਦਾ ਹੈ ਦਰਸ਼ਕ। 59 ਹੈ ਕਿ ਭਾਸ਼ਣ ਜਾਂ ਗੀਤ ਸੰਗੀਤ ਸੁਣਨ ਵਾਲਾ, ਉਸ ਨੂੰ ਕਿਹਾ ਜਾਂਦਾ ਹੈ ਸਰੋਤਾ। ਜੋ ਸੁਣੇ ਉਸ ਨੂੰ ਸਰੋਤਾ ਕਿਹਾ ਜਾਂਦਾ ਹੈ, ਜੋ ਦੇਖੇ ਵਾਚ ਕਰੇ ਉਸ ਨੂੰ ਦਰਸ਼ਕ ਕਿਹਾ ਜਾਂਦਾ ਹੈ। 60 ਨੰਬਰ ਹੈ ਕਿ ਨਾਟਕ ਲਿਖਣ ਵਾਲਾ, ਇਸ ਨੂੰ ਕਿਹਾ ਜਾਂਦਾ ਹੈ ਨਾਟਕਕਾਰ। 61 ਹੈ 61 ਨੰਬਰ ਨਾਵਲ ਲਿਖਣ ਵਾਲਾ ਨਾਵਲਕਾਰ। 62 ਯੋਧਿਆਂ ਦੀ ਮਹਿਮਾ ਵਿੱਚ ਲਿਖੀ ਗਈ ਬਿਰਤਾਂਤਿਕ ਕਵਿਤਾ, ਇਸ ਨੂੰ ਕਹਿੰਦੇ ਹਨ ਵਾਰ। ਜੋ ਬੇਟਾ ਯੋਧਿਆਂ ਦੀਆਂ ਭਗਤ ਸਿੰਘ ਜੀ ਦੀ ਵਾਰ ਹੈ, ਸ਼ਹੀਦ ਊਧਮ ਸਿੰਘ ਜੀ ਦੀ ਵਾਰ ਹੈ, ਹਰੀ ਸਿੰਘ ਨਲੂਏ ਦੀ ਵਾਰ ਹੈ, ਮਹਾਰਾਜਾ ਰਣਜੀਤ ਸਿੰਘ ਦੀ ਵਾਰ ਹੈ। ਸੋ ਬੱਚੋ ਜਿਹਦੇ ਵਿੱਚ ਸਾਡੇ ਮਹਾਨ ਯੋਧਿਆਂ ਦੀ ਗੱਲਬਾਤ ਦਾਸਤਾਨ ਨੂੰ ਬੋਲ ਕੇ ਬਿਰਤਾਂਤਿਕ ਰੂਪ ਵਿੱਚ ਗਾ ਕੇ ਪੇਸ਼ ਕੀਤਾ ਜਾਂਦਾ ਉਸ ਨੂੰ ਵਾਰ ਕਿਹਾ ਜਾਂਦਾ, ਜੋ ਢਾਡੀ ਗਾਇਆ ਕਰਦੇ ਹਨ। ਅਕਾਲ ਤਖਤ ਸਾਹਿਬ ਉੱਪਰ ਬੇਟਾ ਸਿੱਖ ਧਰਮ ਦੇ ਸੂਰਮਿਆਂ ਯੋਧਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਹਨ। ਜਿਹੜੀ ਢੱਡ ਸਰੰਗੀ ਦੇ ਨਾਲ ਗਾਉਂਦੇ ਨੇ ਢਾਡੀ, ਉਸ ਨੂੰ ਵਾਰ ਕਹਿੰਦੇ ਹਨ। ਕਿਸੇ ਨੂੰ ਲਾ ਕੇ ਕਹੀ ਗੱਲ। 63 ਮਿਹਣਾ ਜਾਂ ਟਕੋਰ, ਜਿਵੇਂ ਅਸੀਂ ਕਿਸੇ ਨੂੰ ਮਚਾਉਣ ਦੇ ਮਾਰੇ ਕਹੀ ਕਿ ਤੂੰ ਲੈ ਲਈ ਗੱਡੀ ਹੁਣ, ਜਾਂ ਤੂੰ ਲੈ ਲਿਆ ਮੋਟਰਸਾਈਕਲ ਹੁਣ, ਜਾਂ ਤੂੰ ਲੈ ਲਿਆ ਸਾਈਕਲ ਹੁਣ। ਮਤਲਬ ਆਪਾਂ ਦੂਸਰੇ ਬੰਦੇ ਨੂੰ ਨੀਵਾਂ ਦਿਖਾਉਣ ਦੇ ਲਈ, ਖਿਜਾਉਣ ਦੇ ਲਈ ਜਦੋਂ ਕੋਈ ਗੱਲ ਆਪਣੇ ਕੋਲੋਂ ਲਾ ਕੇ ਕਹਿੰਦੇ ਆ ਤਾਂ ਉਸ ਚੀਜ਼ ਨੂੰ ਬੇਟਾ ਮਿਹਣਾ ਵੀ ਕਿਹਾ ਜਾਂਦਾ ਅਤੇ ਟਕੋਰ ਵੀ ਕਿਹਾ ਜਾਂਦਾ। 64 ਨੰਬਰ ਹੈ ਕਿ ਲੜਾਈ ਵਿੱਚ ਨਿਡਰਤਾ ਨਾਲ ਲੜਨ ਵਾਲਾ, ਜੋ ਨਿਡਰ ਹੋ ਕੇ ਲੜਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਸੂਰਮਾ। 65 ਲੋਕਾਂ ਨੂੰ ਵਿਆਜ ਉੱਤੇ ਰੁਪਈਏ ਦੇਣ ਵਾਲਾ ਵਿਅਕਤੀ, ਜੋ ਲੋਕਾਂ ਨੂੰ ਵਿਆਜ ਦੇ ਉੱਪਰ ਪੈਸੇ ਦਿੰਦਾ ਹੈ ਉਸ ਨੂੰ ਕਹਿੰਦੇ ਹਨ ਸ਼ਾਹੂਕਾਰ। 66 ਹੈ ਲੱਕੜਾਂ ਕੱਟਣ ਵਾਲਾ, ਉਸ ਨੂੰ ਅਸੀਂ ਕਹਿੰਦੇ ਹਾਂ ਲੱਕੜਹਾਰਾ। ਅੱਗੇ ਹੈਗਾ 67 ਲੋਕਾਂ ਦੀ ਪ੍ਰਤੀਨਿਧਤਾ ਦੀ ਕਾਨੂੰਨ ਬਣਾਉਣ ਵਾਲੀ ਸਭਾ। ਲੋਕਾਂ ਦੇ ਪ੍ਰਤੀਨਿਧਾਂ ਲਈ ਜਾਂ ਪ੍ਰਤੀਨਿਧਾਂ ਦੀ ਕਾਨੂੰਨ ਬਣਾਉਣ ਵਾਲੀ ਸਭਾ। ਪ੍ਰਤੀਨਿਧ ਹੁੰਦਾ ਬੇਟਾ ਜਿਵੇਂ ਅਸੀਂ ਕਿਸੇ MP ਨੂੰ ਜਾਂ MLA ਨੂੰ ਚੁਣਦੇ ਹਾਂ ਜਾਂ ਕਿਸੇ ਪੰਚ ਸਰਪੰਚ ਨੂੰ ਚੁਣਦੇ ਹਾਂ,
ਜਿਹੜੀ ਲੋਕਾਂ ਦੇ ਪ੍ਰਤੀਨਿਧ ਹੁੰਦੇ ਨੇ, ਮਤਲਬ ਜਿਹੜੇ ਉਹਨਾਂ ਨੇ ਚੁਣ ਕੇ ਭੇਜੇ ਹੁੰਦੇ ਨੇ, ਜਦੋਂ ਉਹ ਕਾਨੂੰਨ ਬਣਾਉਣ ਵਾਲੀ ਸਭਾ, ਉਸ ਨੂੰ ਕੀ ਕਿਹਾ ਜਾਂਦਾ? ਲੋਕ ਸਭਾ। ਜਿਵੇਂ ਅਸੀਂ ਕਹਿੰਦੇ ਹਾਂ ਕਿ ਲੋਕ ਸਭਾ ਹਲਕਾ ਤੋਂ ਹੁਣ ਜਿਹੜੀਆਂ ਇਲੈਕਸ਼ਨਾਂ ਹੋਈਆਂ ਨੇ, ਇਹਨਾਂ ਵਿੱਚ MLA ਬਣਦੇ ਨੇ। ਸੋ ਬੇਟਾ ਇਹ MLA ਜਿੱਥੇ ਬੈਠਦੇ ਨੇ ਉਸ ਸਭਾ ਨੂੰ ਕਿਹਾ ਜਾਂਦਾ ਲੋਕ ਸਭਾ, ਕਿਉਂਕਿ ਇੱਥੇ ਬੈਠਣ ਵਾਲੇ ਲੋਕ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਹਨ ਕਿ ਸਾਨੂੰ ਲੋਕਾਂ ਨੇ ਚੁਣ ਕੇ ਬਣਾਇਆ। ਅਤੇ ਫਿਰ ਉਹ ਲੋਕ ਜਦੋਂ ਲੋਕਾਂ ਲਈ ਕੋਈ ਕਾਨੂੰਨ ਬਣਾਉਂਦੇ ਹਨ ਤਾਂ ਇਹ ਲੋਕ ਹਮੇਸ਼ਾ ਲੋਕਾਂ ਦੀ ਮਦਦ ਲਈ, ਲੋਕਾਂ ਦੀ ਸਹੂਲਤ ਲਈ ਜਿਹੜੇ ਕਾਨੂੰਨ ਬਣਾਉਂਦੇ ਨੇ ਉੱਥੋਂ ਬਣਾਉਂਦੇ ਨੇ। ਉਹ ਸੰਸਥਾ ਜੋ ਉਹ ਬਣਾਉਣ ਵਾਲੀ ਸਭਾ ਨੂੰ ਕਿਹਾ ਜਾਂਦਾ ਹੈ ਲੋਕ ਸਭਾ। 68 ਸਾਰਿਆਂ ਦੀ ਸਾਂਝੀ ਰਾਏ। ਲੋਕ ਸਭਾ ਦੇ ਵਿੱਚ ਵੀ ਜਾਣੀ ਜਾਂਦੀ ਆ, ਪਿੰਡ ਦੀ ਸਭਾ ਦੇ ਵਿੱਚ ਵੀ ਜਾਣੀ ਜਾਂਦੀ ਆ, ਪਰਿਵਾਰ ਦੇ ਵਿੱਚ ਜਦੋਂ ਅਸੀਂ ਫੈਸਲਾ ਲੈਣਾ ਹੁੰਦਾ ਉਦੋਂ ਵੀ ਅਸੀਂ ਲੋਕਾਂ ਦੀ ਰਾਏ ਨੂੰ ਜਾਣਦੇ ਹਾਂ ਅਤੇ ਉਸ ਨੂੰ ਕਿਹਾ ਜਾਂਦਾ ਹੈ ਸਰਬਸੰਮਤੀ। ਜਿਹਦੇ ਵਿੱਚ ਸਾਰੇ ਲੋਕਾਂ ਦੀ ਸਹਿਮਤੀ ਹੋਵੇ ਉਸ ਨੂੰ ਕਹਿੰਦੇ ਹਨ ਸਰਬਸੰਮਤੀ। ਅੱਗੇ ਹੈ 69 ਭਾਰਤ ਦਾ ਵਸਨੀਕ। ਜੋ ਭਾਰਤ ਵਿੱਚ ਵਸਿਆ ਹੋਵੇ ਉਸ ਨੂੰ ਕਹਿੰਦੇ ਹਨ ਭਾਰਤੀ। 70 ਨੰਬਰ ਹੈ ਪੰਜਾਬ ਦਾ ਵਸਨੀਕ, ਪੰਜਾਬੀ ਜਾਂ ਪੰਜਾਬਣ। ਸੋ ਪਿਆਰੇ ਬੱਚਿਓ, ਇਹ ਉਹ ਸ਼ਬਦ ਸੀਗੇ ਜਿਨ੍ਹਾਂ ਨੂੰ ਤੁਸੀਂ ਜੇਕਰ ਆਪਣੀ ਆਮ ਬੋਲਚਾਲ ਦੇ ਵਿੱਚ ਕਿਤੇ ਖੜ ਕੇ ਬੋਲੋ ਜਾਂ ਕਿਸੇ ਨਾਲ ਗੱਲਬਾਤ ਦੇ ਦੌਰਾਨ ਇਹਨਾਂ ਸ਼ਬਦਾਂ ਦੀ ਵਰਤੋਂ ਕਰੋ ਤਾਂ ਜਿਹੜਾ ਤੁਹਾਡੀ ਸ਼ਖਸੀਅਤ ਇੱਕ ਵਿਲੱਖਣ ਲੱਗੇਗੀ। ਅਤੇ ਦੂਸਰਾ ਵਿਅਕਤੀ ਜੋ ਪੜ੍ਹਿਆ ਲਿਖਿਆ ਹੈ, ਜੇਕਰ ਤੁਸੀਂ ਉਸ ਨਾਲ ਇਹਨਾਂ ਸ਼ਬਦਾਂ ਨੂੰ ਆਪਣੀ ਲਿਖਤ ਵਿੱਚ ਜਾਂ ਬੋਲਚਾਲ ਵਿੱਚ ਸ਼ਾਮਲ ਕਰਕੇ ਗੱਲਬਾਤ ਕਰਦੇ ਹੋ ਤਾਂ ਜਿਹੜੀ ਤੁਹਾਡੀ ਗੱਲਬਾਤ ਆ ਉਹ ਬਹੁਤ ਹੀ ਸਰਲ ਹੋਏਗੀ, ਸੰਖੇਪ ਹੋਏਗੀ ਅਤੇ ਘੱਟ ਸਮੇਂ ਵਿੱਚ ਹੋਏਗੀ। ਅਤੇ ਜੋ ਤੁਹਾਡਾ ਇੱਕ ਦੂਸਰੇ ਪੜ੍ਹੇ ਲਿਖੇ ਬੰਦੇ ਉੱਪਰ ਪ੍ਰਭਾਵ ਪਏਗਾ ਉਹ ਵੀ ਬਹੁਤ ਸੁਖਾਵਾਂ ਅਤੇ ਚੰਗਾ ਪਏਗਾ। ਤੁਹਾਡੀ ਜਿਹੜੀ ਪਹਿਚਾਣ ਆ ਉਹ ਇੱਕ ਪੜ੍ਹੇ ਲਿਖੇ ਨਾਗਰਿਕ ਦੇ ਤੌਰ 'ਤੇ ਹੋਏਗੀ। ਸੋ ਪਿਆਰੇ ਬੱਚਿਓ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਇਹ ਆਪ ਜੀ ਦੇ ਵਿਆਕਰਨ ਭਾਗ ਵਿੱਚ ਸ਼ਾਮਲ ਸਨ। ਤਾਂ ਹੋਰ ਵੀ ਜਿਹੜੇ ਸ਼ਬਦ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਆਪਣੀਆਂ ਕਿਤਾਬਾਂ ਪੜ੍ਹੋ ਅਤੇ ਜਾਣਕਾਰੀ ਦੇ ਵਿੱਚ ਵਾਧਾ ਕਰੋ। ਸੋ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਆਪ ਜੀ ਜੁੜੇ ਰਹੋ ਆਪਣੇ ਚੈਨਲ ਦੇ ਨਾਲ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ ਐਂਡ ਸਤਿ ਸ਼੍ਰੀ ਅਕਾਲ।